लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ 500। ਹੁਣ ਤੱਕ 22 ਸ਼ਬਦ ਸੰਪੂਰਨ ਹੋਏ ਨੇ। ਗੂਜਰੀ ਮਹੱਲਾ ਪੰਜਵਾ। ਵਿਸ਼ੰਵਰ ਜੀਵਨ ਕੋ ਦਾਤਾ, ਭਗਤ ਭਰੇ ਭੰਡਾਰ। ਜਾ ਕੀ ਸੇਵਾ ਨਿਫਲ ਨਾ ਹੋਵਤ, ਖਿਨ ਮੈਂ ਕਰੇ ਉਧਾਰ। ਹਾਂਜੀ। ਗੂਜਰੀ ਮਹੱਲਾ ਪੰਜਵਾ। ਗੂਜਰੀ ਮਹੱਲਾ ਪੰਜਵਾ। ਵਿਸ਼ਵੰਬਰ ਜੀਵਨ ਕੋ ਦਾਤਾ, ਵਿਸ਼ਵੰਬਰ ਜੀਵਨ ਕੋ ਦਾਤਾ। ਭਗਤ ਭਰੇ ਭੰਡਾਰ, ਭਗਤ ਭਰੇ ਭੰਡਾਰ। ਜਾਂ ਕੀ ਸੇਵਾ ਨਿਫਲ ਨ ਹੋਵਤ, ਜਾਂ ਕੀ ਸੇਵਾ ਨਿਫਲ ਨ ਹੋਵਤ, ਖਿਨ ਮਹਿ ਕਰੇ ਉਧਾਰ। ਖਿਨ ਮੈਂ ਕਰੇ ਉਧਾਰ। ਮਨ ਮੇਰੇ ਚਰਨ ਕਮਲ ਸੰਗ ਰਾਚ, ਮਨ ਮੇਰੇ ਚਰਨ ਕਮਲ ਸੰਗ ਰਾਚ। ਸਗਲ ਜੀ ਜਾ ਕੋ ਆਰਾਧੈ, ਤਾਹੂ ਕੋ ਤੂੰ ਜਾਚ। ਰਹਾਓ। ਗੂਜਰੀ ਮਹੱਲਾ ਪੰਜਵਾ। ਵਿਸ਼ਵੰਬਰ ਜੀਵਨ ਕੋ ਦਾਤਾ, ਭਗਤ ਭਰੇ ਭੰਡਾਰ। ਜਾਂ ਕੀ ਸੇਵਾ ਨਿਫਲ ਨ ਹੋਵਤ, ਖਿਨ ਮੈਂ ਕਰੇ ਉਧਾਰ। ਮਹਾਰਾਜ ਕਹਿੰਦੇ ਉਹ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ, ਸਾਰੇ ਵਿਸ਼ਵ ਦਾ ਪਾਲਣ ਵਾਲਾ, ਜੀਵਨ ਕੋ ਦਾਤਾ, ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ। ਭਗਤ ਭਰੇ ਭੰਡਾਰ, ਉਹਦੀ ਭਗਤੀ ਦੇ ਭੰਡਾਰ ਭਰੇ ਹੋਏ ਨੇ। ਜਾਂ ਕੀ ਸੇਵਾ ਨਿਫਲ ਨਾ ਹੋਵਤ, ਉਸ ਵਾਹਿਗੁਰੂ ਅਕਾਲ ਪੁਰਖ ਦੀ ਸੇਵਾ ਕਰਨਾ ਕਹਿੰਦੇ ਨਿਫਲ ਨਹੀਂ ਹੁੰਦਾ ਬੰਦਾ, ਭਾਵ ਸਫਲਤਾ ਹੀ ਮਿਲਦੀ ਹੈ, ਉਹਦੇ ਵਿੱਚ ਅਸਫਲਤਾ ਨਹੀਂ ਹੁੰਦੀ। ਖਿਨ ਮੈਂ ਕਰੇ ਉਧਾਰ। ਉਹ ਵਾਹਿਗੁਰੂ ਅਕਾਲ ਪੁਰਖ ਜਦੋਂ ਬਖਸ਼ਿਸ਼ਾਂ ਕਰਦਾ ਹੈ, ਕਹਿੰਦੇ ਇੱਕ ਖਿਨ ਲਾਉਂਦਾ ਹੈ, ਛਿਨ ਵਿੱਚ ਪਾਰ ਉਤਾਰਾ ਕਰ ਦਿੰਦਾ ਹੈ। ਮਨ ਮੇਰੇ ਚਰਨ ਕਮਲ ਸੰਗ ਰਾਚ। ਤੇ ਮਹਾਰਾਜ ਮਨ ਨੂੰ ਸੰਬੋਧਨ ਨੇ ਮਨਾ ਉਸ ਪਰਮਾਤਮਾ ਦੇ ਚਰਨ ਕਮਲਾਂ ਨਾਲ, ਭਾਵ ਉਸ ਮਾਰਗ ਨਾਲ ਪ੍ਰੇਮ ਕਰ, ਉਸ ਮਾਰਗ ਤੇ ਚੱਲਣਾ ਕਰ। ਸਗਲ ਜੀ ਜਾਂ ਕੋ ਆਰਾਧੈ, ਤਾਹੂ ਕੋ ਤੂੰ ਜਾਚ। ਜਿਸ ਨੂੰ ਸਾਰੀ ਸ੍ਰਿਸ਼ਟੀ, ਸਾਰੇ ਜੀਵ ਆਰਾਧਦੇ ਨੇ, ਤੇ ਮਹਾਰਾਜ ਕਹਿੰਦੇ ਭਾਈ ਤੂੰ ਵੀ ਉਹਨੂੰ ਜਾਚਣਾ ਕਰ, ਤੂੰ ਵੀ ਉਸ ਨੂੰ ਮੰਗਣਾ ਕਰ। ਉਹ ਦਾਤਾਂ ਦੇਣ ਵਾਲਾ ਹੈ, ਸਾਰਿਆਂ ਨੂੰ ਦਿੰਦਾ ਆ ਰਿਹਾ। ਹਾਂਜੀ। ਨਾਨਕ ਸ਼ਰਨ ਤੁਮਾਰੀ ਕਰਤੇ, ਨਾਨਕ ਚਰਨ ਤੁਮਾਰੀ ਕਰਤੇ। ਤੂੰ ਪ੍ਰਭ ਪ੍ਰਾਨ ਆਧਾਰ, ਤੂੰ ਪ੍ਰਭ ਪ੍ਰਾਣ ਆਧਾਰ। ਹੋਏ ਸਹਾਈ ਜਿਸ ਤੂੰ ਰਾਖੈ, ਹੋਏ ਸਹਾਈ ਜਿਸ ਤੂੰ ਰਾਖੈ। ਤਿਸ ਕਹਾ ਕਰੇ ਸੰਸਾਰ, ਨਾਨਕ ਚਰਨ ਤੁਮਾਰੀ ਕਰਤੇ, ਤੂੰ ਪ੍ਰਭ ਪ੍ਰਾਣ ਆਧਾਰ। ਪੰਜਵੇਂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਪ੍ਰਭੂ, ਤੂੰ ਸਾਰੀ ਸ੍ਰਿਸ਼ਟੀ ਦੇ ਕਰਤਾ ਹੋ। ਤੁਸੀਂ, ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਸਾਡੇ ਪ੍ਰਾਣਾਂ ਦਾ ਆਸਰਾ, ਆਧਾਰ ਹੀ ਤੁਸੀਂ ਹੋ। ਹੋਏ ਸਹਾਈ ਜਿਸ ਤੂੰ ਰਾਖੈ,
ਤਿਸ ਕਹਾਂ ਕਰੇ ਸੰਸਾਰ, ਜਿਹਦੀ ਤੁਸੀਂ ਆਪ ਅੱਗੇ ਹੋ ਕੇ ਸਹਾਇਤਾ ਕਰਦੇ ਹੋ, ਜਿਹਦੀ ਰੱਖਿਆ ਤੁਸੀਂ ਕਰਦੇ ਹੋ, ਕਹਿੰਦੇ ਇਹ ਸੰਸਾਰ ਉਹਦਾ ਕੀ ਕਰ ਸਕਦਾ ਹੈ? ਇਹ ਸੰਸਾਰ ਉਹਦਾ ਕੁਝ ਵੀ ਨਹੀਂ ਵਿਗਾੜ ਸਕਦਾ, ਜਿਸ ਦੀ ਰੱਖਿਆ ਤੁਸੀਂ ਆਪ ਕਰਦੇ ਹੋ। ਹਾਂਜੀ। ਗੁਜਰੀ ਮਹੱਲਾ ਪੰਜਵਾਂ। ਗੁਜਰੀ ਮਹੱਲਾ ਪੰਜਵਾਂ। ਜਾਨਕੀ ਪੈਜ ਸਵਾਰੀ ਆਪ, ਜਾਨਕੀ ਪੈਜ ਸਵਾਰੀ ਆਪ, ਹਰ ਹਰ ਨਾਮ ਦਿਓ ਗੁਰ ਅਵਖਦ, ਹਰ ਹਰ ਨਾਮ ਦਿਓ ਗੁਰ ਅਵਖਦ, ਉਤਰ ਗਇਓ ਸਭ ਤਾਪ, ਉਤਰ ਗਇਓ ਸਭ ਤਾਪ, ਰਹਾਓ। ਗੂਜਰੀ ਮਹੱਲਾ ਪੰਜਵਾਂ। ਜਨ ਕੀ ਪੈਜ ਸਵਾਰੀ ਆਪ, ਹਰ ਹਰ ਨਾਮ ਦਿਓ ਗੁਰ ਅਵਖਦ, ਉਤਰ ਗਇਓ ਸਭ ਤਾਪ। ਰਹਾਉ ਦੀ ਇਸ ਪੰਕਤੀ ਵਿੱਚੋਂ ਹੀ ਪਤਾ ਲੱਗਦਾ ਹੈ ਕਿ ਪੰਚਮ ਪਾਤਸ਼ਾਹ ਜਦੋਂ ਉਹਨਾਂ ਦੇ ਪੁੱਤਰ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਵਿੱਚ ਚੇਚਕ ਨਿਕਲੀ, ਕਿਉਂਕਿ ਚੇਚਕ ਇੱਕ ਬਿਮਾਰੀ ਸੀ ਪਹਿਲਾਂ ਜਿਹਦਾ ਇਲਾਜ ਨਹੀਂ ਸੀ, ਬੜੇ ਬੱਚੇ ਉਹਦੇ ਨਾਲ ਮਰਦੇ ਨੇ। ਮਹਾਰਾਜਾ ਰਣਜੀਤ ਸਿੰਘ ਦੀ ਅੱਖ ਵੀ ਚੇਚਕ ਨਾਲ ਹੀ ਗਈ, ਤੇ ਬੜੇ ਸਾਰੇ ਲੋਕ ਮਹਾਰਾਜ ਕੋਲੇ ਆਏ ਕਿ ਤੁਸੀਂ ਦੇਵੀ ਦਾ ਮੱਥਾ ਟਿਕਾ ਦਿਓ। ਅੱਜ ਵੀ ਹੈ ਨਾ, ਪਤਾ ਨਾਲੇ ਲੋਕਾਂ ਨੂੰ ਕਿ ਇੱਕ ਬਿਮਾਰੀ ਹੈ, ਪਰ ਫਿਰ ਵੀ ਅਸੀਂ ਉਹਨੂੰ ਮਾਤਾ ਹੀ ਕਹੀ ਜਾਂਦੇ ਹਾਂ, ਤੇ ਮਾਤਾ ਤਾਂ ਕਦੇ ਦੁੱਖ ਨਹੀਂ ਦਿੰਦੀ। ਤੇ ਮਹਾਰਾਜ ਨੇ ਕਿਹਾ ਕਿ ਨਹੀਂ, ਦਾਤਾਂ ਦੇਣ ਵਾਲਾ ਉਹ ਆਪ ਹੈ। ਸੰਸਾਰ ਵਿੱਚ ਆਉਂਦੇ ਆ ਸਰੀਰਕ ਤੌਰ ਤੇ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ, ਇਨਕੂਬੇਸ਼ਨ ਪੀਰੀਅਡ ਹੈ। ਹੁਣ ਇੱਕ ਪਾਸੇ ਪੂਰੀ ਸੰਸਾਰ ਦੁਨੀਆ ਇੱਕ ਪਾਸੇ ਹੈ, ਮਹਾਰਾਜ ਇੱਕ ਪਾਸੇ ਇਕੱਲੇ, ਕਿਉਂਕਿ ਸਮਾਂ ਆਪਾਂ ਵੇਖੀਏ ਕਿ ਬੜੇ ਚਿਰਾਂ ਬਾਅਦ ਬੱਚੇ ਨੇ ਜਨਮ ਲਿਆ ਤੇ ਉਸ ਤੋਂ ਬਾਅਦ ਉਹ ਬਿਮਾਰੀ 'ਚ ਪਏ। ਇਹ ਇਤਿਹਾਸ ਦੱਸਦਾ ਕਿ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਉੱਤੇ ਮੁੱਖ ਤੇ ਮਾਤਾ ਦੇ ਚੇਚਕ ਦੇ ਦਾਗ ਵੀ ਸਨ। ਉਹਨਾਂ ਦਾ ਰੰਗ ਜਿਹੜਾ ਸੀ ਬੜਾ ਫੇਅਰ, ਬੜਾ ਸਾਫ਼ ਸੀ, ਪਰ ਨਾਲ ਉਹਦੇ ਉਹ ਦਾਗ ਅਖੀਰ ਤੱਕ ਰਹੇ। ਇੱਥੇ ਮਹਾਰਾਜ ਨੇ ਕਿਸੇ ਦਾ ਧੰਨਵਾਦ ਨਹੀਂ ਕੀਤਾ ਤੇ ਪ੍ਰਮਾਤਮਾ ਦਾ ਆਸਰਾ ਲਿਆ। ਮਹਾਰਾਜ ਕਹਿੰਦੇ ਇਹ ਸਾਡੇ ਵਾਸਤੇ ਹੈ, ਸਾਨੂੰ ਥੋੜ੍ਹੀ ਜਿਹੀ ਕੋਈ ਵਿਪਤਾ ਪਵੇ ਸਹੀ, ਅਸੀਂ ਫਿਰ ਦੁੱਧ ਲੈ ਕੇ ਕਦੇ ਗੁੱਗੇ ਵੱਲ ਜਾਂਦੇ ਹਾਂ ਤੇ ਕਦੇ ਤੇਲ ਲੈ ਕੇ ਸ਼ਨੀਵਾਰ ਨੂੰ ਤੁਰ ਪੈਂਦੇ ਹਾਂ ਸ਼ਨੀ ਦੇਵਤਾ ਮਨਾਉਣ, ਤੇ ਕਦੇ ਅਸੀਂ ਕਿੱਧਰ ਨੂੰ ਤੁਰ ਪੈਂਦੇ ਹਾਂ ਕੁੱਕੜ ਲੈ ਕੇ। ਕਿਉਂ? ਕਿਉਂਕਿ ਸਾਡੇ ਮਨ ਦੀ ਸਥਿਤੀ ਅਜੇ ਠੀਕ ਨਹੀਂ। ਇਹ ਸਾਨੂੰ ਸਮਝਾਇਆ ਮਹਾਰਾਜ ਨੇ। ਕਰਨ ਵਾਲੇ ਸਭ ਕੁਝ ਜਾਣੀ ਜਾਣ, ਸਾਨੂੰ ਪਤਾ ਹੈ, ਪਰ ਇਹ ਜਿਹੜੇ ਸ਼ਬਦ ਉਚਾਰਨ ਹੋਏ ਇਹ ਸੰਗਤ ਨੂੰ ਸਮਝਾਉਣ ਲਈ ਨੇ। ਜਨ ਕੀ ਪੈਜ ਸਵਾਰੀ ਆਪ, ਮਹਾਰਾਜ ਕਹਿੰਦੇ ਉਸ ਮਾਲਕ ਨੇ ਆਪਣੇ ਸੇਵਕ ਦੀ ਪੈਜ ਆਪ ਰੱਖਦਾ ਹੈ, ਇੱਜ਼ਤ ਮਾਨ ਰੱਖ ਲਿਆ ਮੇਰਾ। ਹਰ ਹਰ ਨਾਮ ਦਿਓ ਗੁਰ ਅਵਖਦ, ਉਤਰ ਗਇਓ ਸਭ ਤਾਪ। ਉਸ ਪ੍ਰਮਾਤਮਾ ਦੇ ਨਾਮ ਨੇ ਜਿਹੜਾ ਕਿ ਦਵਾਈ ਦਾ ਕੰਮ ਕੀਤਾ, ਉਸ ਮਾਲਕ ਨੇ ਬੜੀ ਕਿਰਪਾ ਕੀਤੀ। ਗੁਰੂ ਨੇ ਸਾਨੂੰ ਇਹ ਦਵਾਈ ਬਖਸ਼ਿਸ਼ ਕੀਤੀ, ਨਾਮ ਕਹਿੰਦੇ, ਜਿਹਦੇ ਨਾਲ ਤਾਪ ਉਤਰ ਗਿਆ ਸਾਰਾ। ਤਾਪ 3 ਪ੍ਰਕਾਰ ਦੇ ਨੇ, ਆਦਿ ਵਿਆਦ ਉਪਾਦ। ਮਹਾਰਾਜ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਗੜਨ ਕੋ ਲਾਗੈ, ਜਾਂ ਕਿ ਪ੍ਰਭ ਆਗੈ ਅਰਦਾਸ। ਤਾਪ ਕਿਸੇ ਵੀ ਕਿਸਮ ਦਾ ਹੋਵੇ, ਚਾਹੇ ਸਰੀਰਕ ਹੈ, ਚਾਹੇ ਮਾਨਸਿਕ ਹੈ, ਚਾਹੇ ਆਰਥਿਕ ਹੈ, ਤੇ ਮਹਾਰਾਜ ਕਹਿੰਦੇ ਤੂੰ ਜੋ ਮਨ ਕੀ ਬ੍ਰਿਥਾ ਹੋਏ ਤਾਂ ਗੁਰ ਪੈ ਅਰਦਾਸ ਕਰ। ਸਾਨੂੰ ਤਾਂ ਇੱਕੋ ਇੱਕ ਤਰੀਕਾ ਦੱਸਿਆ, ਨੂੰ ਇੱਕੋ ਇੱਕ ਤਰੀਕਾ ਹੈ ਸਿੱਖ ਕੋਲੇ ਸਭ ਤੋਂ ਵੱਡਾ ਹਥਿਆਰ, ਕਿ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਸਿੱਖ ਅਰਦਾਸ ਕਰਦਾ ਹੈ ਤਾਂ ਗੁਰੂ ਸੁਣਦਾ ਹੈ। ਤੇ ਮਹਾਰਾਜ ਨੇ ਉਸ ਮਾਲਕ ਨੇ, ਉਸ ਪ੍ਰਭੂ ਨੇ ਆਪ ਕਿਰਪਾ ਕੀਤੀ, ਕਹਿੰਦੇ ਉਤਰ ਗਏ ਉਹ ਸਭ ਤਾਪ, ਇਹ ਤਾਪ ਸਾਰਾ ਲੈ ਗਿਆ। ਹਾਂਜੀ। ਹਰ ਗੋਬਿੰਦ ਰਖਿਓ ਪਰਮੇਸ਼ਰ, ਹਰ ਗੋਬਿੰਦ ਰਖਿਓ ਪਰਮੇਸ਼ਰ, ਆਪਣੀ ਕਿਰਪਾ ਧਾਰ, ਮਿਟੀ ਬਿਆਦ ਸਰਬ ਸੁਖ ਹੋਏ, ਹਰ ਗੁਣ ਸਦਾ ਵਿਚਾਰ, ਹਰ ਗੋਬਿੰਦ ਰਖਿਓ ਪਰਮੇਸ਼ਰ,
ਆਪਣੀ ਕਿਰਪਾ ਧਾਰ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਹਰਗੋਬਿੰਦ ਸਾਹਿਬ ਨੂੰ, ਜਿਹੜੇ ਕਿ ਉਹਨਾਂ ਦੇ ਪੁੱਤਰ ਸਨ, ਉਸ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ, ਆਪ ਹੱਥ ਦੇ ਕੇ ਬਚਾਇਆ ਹੈ, ਕਿਉਂਕਿ ਬੜੀ ਭਿਆਨਕ ਬਿਮਾਰੀ ਸੀ ਚੇਚਕ ਦੀ। ਤੇ ਮਹਾਰਾਜ ਅਗਲੀ ਗੱਲ ਕਰਦੇ ਨੇ, ਮਿਟੀ ਬਿਆਦ ਸਰਬ ਸੁਖ ਹੋਏ, ਹਰ ਗੁਣ ਸਦਾ ਵਿਚਾਰ। ਇਸ ਬਿਮਾਰੀ ਮਿਟ ਗਈ, ਸਦੀਵੀ ਸੁੱਖ ਪ੍ਰਾਪਤ ਹੋਇਆ। ਕਾਹਦੇ ਨਾਲ? ਜਦੋਂ ਅਸੀਂ ਉਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕੀਤੀ, ਜਾਣਿਆ। ਕਿਉਂਕਿ ਇਹ ਗੱਲ ਅੱਜ ਸਾਨੂੰ ਸਮਝ ਆਉਂਦੀ ਹੈ, ਜਾ ਕੇ ਡਾਕਟਰ ਕਹਿੰਦੇ ਨੇ ਕਿ ਇਹ ਜਿਹੜੀਆਂ ਬਿਮਾਰੀਆਂ ਨੇ, ਇਹਨਾਂ ਦਾ ਕੁਝ ਪੀਰੀਅਡ ਹੁੰਦਾ, ਸਮਾਂ ਹੁੰਦਾ, ਇਨਕੂਬੇਸ਼ਨ ਪੀਰੀਅਡ ਕਹਿੰਦੇ ਨੇ ਇਹਨਾਂ ਨੂੰ। ਜਿਹੜੀ ਚੇਚਕ ਦੀ ਬਿਮਾਰੀ ਹੈ, ਉਹਦਾ 5 ਤੋਂ ਲੈ ਕੇ 21 ਦਿਨ ਤੱਕ ਦਾ ਪੀਰੀਅਡ ਹੈ। ਹੋਰ ਵੀ ਜਿਹੜੀਆਂ ਬਿਮਾਰੀਆਂ ਨੇ, ਜਿਵੇਂ ਕਿ ਪੀਲੀ ਹੈ, ਉਹਦਾ ਵੀ ਇੰਨਾ ਕੁ ਟਾਈਮ ਹੈ, ਉਹਨੇ ਆਪਣੇ ਆਪ ਹੀ ਮੁੜਨਾ ਹੁੰਦਾ ਹੈ। ਤੇ ਅਸੀਂ ਕਹਿੰਦੇ ਨਹੀਂ ਜੀ, ਧਾਗਾ ਪਵਾਇਆ ਸੀ ਤੇ ਉਹਦੇ ਕਰਕੇ ਮੁੜ ਆਇਆ, ਬੋਤਲ 'ਚ ਪਾਇਆ ਸੀ ਉਹਦੇ ਕਰਕੇ ਮੁੜ ਆਇਆ, ਜੇ ਨਾ ਵੀ ਪਾਓ ਤਾਂ ਵੀ ਮੁੜ ਆਉਣਾ ਉਹਨੇ। ਕਿਉਂਕਿ ਸਾਡੇ ਸਰੀਰ ਵਿੱਚ ਉਹਨਾਂ ਨਾਲ ਲੜਨ ਦੀ ਸ਼ਕਤੀ ਕੁਦਰਤ ਨੇ ਪਾਈ ਹੋਈ ਹੈ। ਇਹ ਬਿਮਾਰੀਆਂ ਸਮੇਂ-ਸਮੇਂ ਨਾਲ ਆਉਂਦੀਆਂ ਨੇ। ਹਾਂ, ਜਿਨ੍ਹਾਂ ਨੂੰ ਚੇਚਕ ਹੋ ਜਾਂਦੀ ਹੈ ਇੱਕ ਵਾਰ, ਉਹਦੇ ਨਾਲ ਉਹਦੀ ਇਮਿਊਨਿਟੀ ਵੱਧ ਜਾਂਦੀ ਹੈ, ਮੁੜ ਕੇ ਨਹੀਂ ਹੁੰਦੀ। ਇਹ ਵੀ ਨਾਲ ਹੈ, ਇਹ ਵੀ ਨਾਲ ਹੈ। ਇਹ ਕੁਦਰਤ ਦੇ ਨਿਯਮ ਨੇ, ਇਹ ਮਹਾਰਾਜ ਸਮਝਦੇ ਸਨ। ਇਸ ਕਰਕੇ ਮਹਾਰਾਜ ਨੇ ਉਸ ਪਰਮਾਤਮਾ ਦੇ ਗੁਣ ਨੇ, ਉਸ ਵਾਹਿਗੁਰੂ ਅਕਾਲ ਪੁਰਖ ਦੇ ਬਖਸ਼ਿਸ਼ ਕੀਤੀ ਤੇ ਉਹਦੇ ਗੁਣਾਂ ਦੀ ਵਿਚਾਰ ਕਰਦੇ। ਅਸੀਂ ਤਾਂ ਉਹਦੇ ਗੁਣਾਂ ਨੂੰ ਧਿਆਉਂਦੇ ਹਾਂ, ਸਿਮਰਦੇ ਹਾਂ, ਯਾਦ ਕਰਦੇ ਹਾਂ। ਉਸ ਮਾਲਕ ਨੇ ਆਪ ਕਿਰਪਾ ਕੀਤੀ। ਹਾਂਜੀ। ਅੰਗੀਕਾਰ ਕੀਓ ਮੇਰਾ ਕਰਤਾ, ਅੰਗੀਕਾਰ ਕੀਓ ਮੇਰਾ ਕਰਤਾ, ਗੁਰ ਪੂਰੇ ਕੀ ਵਡਿਆਈ, ਗੁਰ ਪੂਰੇ ਕੀ ਵਡਿਆਈ। ਅਬ ਚਲ ਨੀਵ ਤਰੀ ਗੁਰ ਨਾਨਕ, ਅਬ ਚਲ ਨੀਵ ਤਰੀ ਗੁਰ ਨਾਨਕ, ਨਿਤ ਨਿਤ ਚੜੈ ਸਵਾਈ, ਨਿਤ ਨਿਤ ਚੜ੍ਹੈ ਸਵਾਈ। ਅੰਗੀਕਾਰ ਕੀਓ ਮੇਰਾ ਕਰਤਾ, ਗੁਰ ਪੂਰੇ ਕੀ ਵਡਿਆਈ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਪੂਰੇ ਗੁਰੂ ਦੀ ਵਡਿਆਈ ਹੈ। ਉਸ ਮਾਲਕ ਨੇ ਆਪ ਅੰਗੀਕਾਰ ਕੀਤਾ, ਸਾਡਾ ਪੱਖ ਪੂਰਿਆ। ਆਪ ਚਰਨ ਨੀਮ ਧਰੀ ਗੁਰ ਨਾਨਕ, ਨਿਤ ਨਿਤ ਚੜ੍ਹੈ ਸਵਾਈ। ਇੱਥੇ ਮਹਾਰਾਜ ਕਹਿੰਦੇ ਗੁਰੂ ਨੇ ਅਬ ਚਰਨ ਨੀਮ, ਭਾਵ ਸਦੀਵੀ ਰਹਿਣ ਵਾਲੀ ਨਿਉ ਰੱਖ ਦਿੱਤੀ, ਜਿੱਥੇ ਕਿ ਵਹਿਮਾਂ ਭਰਮਾਂ ਪਖੰਡਾਂ ਦਾ ਕੋਈ ਥਾਂ ਨਹੀਂ, ਉਹ ਨੀਮ ਰੱਖੀ ਗੁਰੂ ਨਾਨਕ ਪਾਤਸ਼ਾਹ ਨੇ। ਵਹਿਮ ਭਰਮ ਪਖੰਡ ਇਹ ਸਾਰੇ ਦੂਰ ਕਰਕੇ, ਤਾਂ ਹੀ ਮਹਾਰਾਜ ਨੇ ਕਰਮ ਧਰਮ ਪਖੰਡ ਜੋ ਦਿਸੈ ਤੇ ਜਮ ਜਗਾਤੀ ਲੂਟੈ, ਇਹ ਸਾਰੀਆਂ ਚੀਜ਼ਾਂ ਤੋਂ ਪਰੇ ਕਰਕੇ ਇੱਕ ਐਸੀ ਨੀਮ ਰੱਖ ਦਿੱਤੀ ਧਰਮ ਦੀ। ਕਹਿੰਦੇ ਨਿਤ ਨਿਤ ਚੜ੍ਹੈ ਸਵਾਈ, ਜਿਹੜੀ ਕਿ ਨਿਤ ਨਿਤ ਹਰ ਰੋਜ਼ ਦਿਨ ਦੂਣੀ ਰਾਤ ਚੌਗੁਣੀ ਹੋ ਕੇ ਵੱਧ ਰਹੀ ਹੈ। ਹਾਂਜੀ। ਗੂਜਰੀ ਮਹੱਲਾ ਪੰਜਵਾਂ, ਗੁਜਰੀ ਮਹੱਲਾ ਪੰਜਵਾਂ। ਕਬਹੂ ਹਰਿ ਸਿਉ ਚੀਤ ਨ ਲਾਇਓ, ਕਬਹੂ ਹਰਿ ਸਿਉ ਚੀਤ ਨ ਲਾਇਓ, ਧੰਦਾ ਕਰਤ ਬਿਹਾਨੀ ਔਧੈ, ਧੰਦਾ ਕਰਤ ਬਿਹਾਨੀ ਔਧੈ, ਗੁਣ ਨਿਧ ਨਾਮ ਨ ਗਾਇਓ, ਰਹਾਓ। ਗੂਜਰੀ ਮਹੱਲਾ ਪੰਜਵਾਂ। ਕਬਹੂ ਹਰਿ ਸਿਉ ਚੀਤ ਨਾ ਲਾਇਓ, ਧੰਦਾ ਕਰਤ ਬਿਹਾਨੀ ਔਧੈ, ਗੁਣ ਨਿਧ ਨਾਮ ਨਾ ਗਾਇਓ। ਰਹਾਉ ਦੀ ਇਸ ਪੰਕਤੀ ਵਿੱਚ ਹੀ ਪੰਚਮ ਪਾਤਸ਼ਾਹ ਨੇ ਜਿਹੜੇ ਪ੍ਰਮਾਤਮਾ ਨੂੰ ਨਾਮ ਨੂੰ ਵਿਸਾਰ ਦਿੰਦੇ ਨੇ ਉਹਨਾਂ ਦੀ ਗੱਲ ਕਰਦੇ ਕਿ ਕਬਹੂ ਹਰਿ ਸਿਉ ਚੀਤ ਨਾ ਲਾਇਓ, ਕਦੇ ਵੀ ਉਸ ਪਰਮਾਤਮਾ ਵਾਲੇ ਪਾਸੇ ਨੂੰ ਚਿੱਤ ਲਾਇਆ ਹੀ ਨਹੀਂ। ਧੰਦਾ ਕਰਤ ਬਿਹਾਨੀ ਔਧੈ, ਇੱਕ ਗੱਲ ਚੇਤੇ ਰੱਖਣੀ ਚਾਹੀਦੀ ਸਾਨੂੰ ਸਤਿਗੁਰਾਂ ਨੇ ਕਿਰਤ ਕਰਨ ਨੂੰ ਕਿਹਾ। ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕਿਛ ਭਲਾ ਮਨਾਇਓ, ਪਰ ਇੱਥੇ ਧੰਦਾ ਕਰਨ ਨੂੰ ਹੈ। ਧੰਦੇ ਤੇ ਕਿਰਤ ਵਿੱਚ ਬੜਾ ਫਰਕ ਹੈ, ਜਿਵੇਂ ਅਸਮਾਨ ਦਾ ਫਰਕ ਹੈ। ਸਾਨੂੰ ਮਹਾਰਾਜ ਨੇ ਧੰਦਾ ਕਰਨ ਨੂੰ ਨਹੀਂ ਕਿਹਾ। ਧੰਦਾ ਕਰਨਾ ਹੁੰਦਾ ਝੂਠ ਬੋਲ ਕੇ, ਠੱਗੀਆਂ ਮਾਰ ਕੇ, ਸਿਰਫ ਤੇ ਸਿਰਫ ਪੈਸੇ ਦੀ ਖਾਤਰ ਹੀ ਸਾਰਾ ਕੁਝ ਕਰੀ ਜਾਣਾ, ਐਵੇਂ ਕਿ ਧਰਮ ਨੂੰ ਵੀ ਧੰਦਾ ਬਣਾ ਦੇਣਾ। ਇੱਥੇ ਮੈਂ ਕਹਿੰਦਾ ਸਾਰੀ ਉਮਰ ਐਂ ਨਿਕਲ ਗਈ ਧੰਦਾ ਕਰਦਿਆਂ ਦੀ।
ਗੁਣ ਨਿਧ ਨਾਮ ਨਾ ਗਾਇਓ। ਉਹ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਦੇ ਨਾਮ ਨੂੰ ਕਦੇ ਗਾਉਣਾ ਨਹੀਂ ਕੀਤਾ, ਸਗੋਂ ਧੰਦਾ ਹੀ ਬਣਾ ਦਿੱਤਾ ਸਾਰੀ ਚੀਜ਼ ਦਾ। ਹਾਂਜੀ। ਕੌਡੀ ਕੌਡੀ ਜੋਰਤ ਕਪਟੇ, ਕੌਡੀ ਕੌਡੀ ਜੋਰਤ ਕਪੇ, ਆਨਿਕ ਜੁਗਤ ਕਰ ਧਾਇਓ। ਜੁਗਤ ਕਰ ਧਾਇਓ। ਬਿਸਰਤ ਪ੍ਰਭ ਕੀਤੇ ਦੁਖ ਗਨੀਐ, ਬਿਸਰਤ ਪ੍ਰਭ ਕੀਤੇ ਦੁਖ ਗਣੀਐ। ਮਹਾ ਮੋਹਨੀ ਖਾਇਓ। ਕੌਡੀ ਕੌਡੀ ਜੋਰਤ ਕਪਟੇ, ਅਨਕ ਜੁਗਤ ਕਰ ਧਾਇਓ। ਕਹਿੰਦੇ ਵੇਖੋ, ਮਨੁੱਖ ਨੇ ਛਲ ਕਰਦਿਆਂ ਹੋਇਆਂ, ਧੋਖੇ ਕਰਦਿਆਂ ਹੋਇਆਂ, ਠੱਗੀਆਂ ਮਾਰਦਿਆਂ ਹੋਇਆਂ ਕੌਡੀ ਕੌਡੀ ਜੋੜਦਾ ਰਿਹਾ, ਪੈਸੇ ਇਕੱਠੇ ਕਰਦਾ ਰਿਹਾ। ਅਨਕ ਜੁਗਤ ਕਰ ਧਾਇਓ, ਕਹਿੰਦੇ ਕਈ ਤਰੀਕਿਆਂ ਨਾਲ ਦੌੜ ਭੱਜ ਕੀਤੀ ਵੀ ਉਧਰੋਂ ਵੀ ਇਕੱਠਾ ਕਰ ਲਵਾਂ, ਉਧਰੋਂ ਵੀ ਇਕੱਠਾ ਕਰ ਲਵਾਂ, ਉਧਰੋਂ ਵੀ ਇਕੱਠਾ ਕਰਨਾ। ਤੇ ਮਹਾਰਾਜ ਕਹਿੰਦੇ ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਇਹ ਜਾਣਦੇ ਹਾਂ ਅਸੀਂ ਸਾਰੇ ਨਾਲੇ, ਪਰ ਫਿਰ ਵੀ ਜਦੋਂ ਵੀ ਮੰਗਦੇ ਹਾਂ ਮਾਇਆ ਮੰਗਦੇ ਹਾਂ, ਮਾਇਆ ਵਿੱਚੋਂ ਸੁੱਖ ਲੱਭਦੇ ਹਾਂ। ਪਰ ਮਹਾਰਾਜ ਕਹਿੰਦੇ ਮਾਇਆ ਜੀਵੜ ਦੁੱਖ ਨਹੀਂ ਕੋਈ, ਸਗੋਂ ਦੁੱਖ ਸਹੇੜ ਲਿਆ ਅਸੀਂ ਤੇ ਭੱਜ ਦੌੜ ਕਰਕੇ ਦੁੱਖ ਸਹੇੜਿਆ ਆਪ। ਬਿਸਰਤ ਪ੍ਰਭ ਕੀਤੇ ਦੁੱਖ ਗਣੀਐ। ਹਾਂ, ਪ੍ਰਭੂ ਨੂੰ ਵਿਸਰਨ ਨਾਲ ਕਿੰਨੇ ਦੁੱਖ ਹੋ ਜਾਂਦੇ ਨੇ ਅੰਦਰ ਇਕੱਠੇ, ਕਿਨੇ ਗਿਣਤੀ ਨਹੀਂ। ਮਹਾਮੋਣੀ ਖਾਇਓ, ਇਸ ਮਹਾਮੋਣੀ ਨੇ, ਇਸ ਮਾਇਆ ਨੇ ਉਹਦਾ ਸਾਰਾ ਕੁਝ ਹੀ ਜੀਵਨ ਹੀ ਖਾ ਗਈ। ਕਿਉਂਕਿ ਇਹ ਮਾਇਆ ਮੋਹਣੀ ਹੈ, ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ, ਜਿਨ ਹਰ ਸੇ ਚਰਨੀ ਚਿਤ ਲਾਇਆ। ਉਹੀ ਉਭਰਦੇ ਨੇ ਇੱਥੋਂ, ਨਹੀਂ ਤੇ ਮਾਇਆ ਨੇ ਲਪੇਟਾ ਸਭ ਨੂੰ ਮਾਰਿਆ। ਮੋਹਣੀ ਹੈ, ਚੰਗੀ ਲੱਗਦੀ ਹੈ ਮਾਇਆ, ਮਾਦੇ ਝਲਕਾਰੇ ਵਧੀਆ ਲੱਗਦੇ ਨੇ, ਪਰ ਬਾਅਦ ਵਿੱਚ ਪਤਾ ਲੱਗਦਾ ਹੈ ਸੱਪ ਬੜਾ ਚਮਕਦਾ ਹੈ, ਬੜਾ ਵਧੀਆ ਲੱਗਦਾ ਹੈ। ਉਸੇ ਜਦੋਂ ਡੰਗ ਮਾਰਦਾ ਫਿਰ ਪਤਾ ਲੱਗਦਾ ਨਾ ਇਹ ਮਾਇਆ ਵੀ ਇੰਜੀ ਹੈ। ਹਾਂਜੀ। ਕਰੋ ਅਨੁਗ੍ਰਹ ਸੁਆਮੀ ਮੇਰੇ, ਕਰੋ ਅਨੁਗ੍ਰਹ ਸੁਆਮੀ ਮੇਰੇ। ਗਨੋ ਨਾ ਮੋਹੇ ਕਮਾਇਓ, ਗਨੋ ਨਾ ਮੋਹੇ ਕਮਾਇਓ। ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ, ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ। ਨਾਨਕ ਹਰ ਸ਼ਰਨ ਆਇਓ। ਸੇ ਮਹਾਰਾਜ ਸਾਨੂੰ ਇੱਥੇ ਉਪਦੇਸ਼ ਦਿੰਦੇ ਨੇ, ਨਾਲ ਤਰੀਕਾ ਵੀ ਦੱਸੀ ਜਾਂਦੇ ਨੇ ਕਿ ਫਿਰ ਬੇਨਤੀ ਕਰ। ਕਰੋ ਅਨੁਗ੍ਰਹ ਸੁਆਮੀ ਮੇਰੇ, ਗਨੋ ਨਾ ਮੋਹੇ ਕਮਾਇਓ। ਹੇ ਪ੍ਰਭੂ ਸਾਡੇ ਤੇ ਕਿਰਪਾ ਕਰ, ਬਖਸ਼ਿਸ਼ ਕਰ, ਸਾਡੇ ਕੀਤੇ ਹੋਏ ਕੰਮਾਂ ਵੱਲ ਨਾ ਵੇਖ। ਜੋ ਅਸੀਂ ਕੀਤੇ ਨੇ ਨਾ ਉਹ ਕੰਮਾਂ ਵੱਲ, ਸਾਡਿਆਂ ਵੱਲ ਨਾ ਵੇਖ, ਸਾਡੀ ਭੈੜੀਆਂ ਬਿਰਤੀਆਂ ਵੱਲ ਨਾ ਵੇਖ। ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ, ਨਾਨਕ ਹਰਿ ਸ਼ਰਨ ਆਇਓ। हे ਪ੍ਰਭੂ ਜੀ, ਤੁਸੀਂ ਗੋਬਿੰਦ ਹੋ, ਸਾਰੀ ਧਰਤੀ ਨੂੰ ਪੈਦਾ ਕਰਨ ਵਾਲੇ ਹੋ, ਦਇਆਲ ਹੋ, ਦਇਆ ਦੇ ਘਰ ਹੋ, ਕਿਰਪਾਲ ਹੋ, ਤੁਸੀਂ ਕਿਰਪਾ ਦੇ ਪਾਲਣਾ ਕਰਨ ਵਾਲੇ ਹੋ, ਸੁਖ ਸਾਗਰ ਹੋ, ਸੁੱਖਾਂ ਦੇ ਸਾਗਰ ਹੋ। ਨਾਨਕ ਹਰਿ ਸ਼ਰਨ ਆਇਓ। ਪੰਜ ਪਾਤਸ਼ਾਹ ਮਗਨ, हे ਪ੍ਰਭੂ ਅਸੀਂ ਤੇ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਤੁਹਾਡੇ ਇੰਨੇ ਗੁਣ ਨੇ, ਸਾਡੇ ਔਗੁਣਾਂ ਵੱਲ ਨਾ ਵੇਖੀ ਜਾਓ, ਉਹ ਨਾ ਵੇਖਿਓ। ਤੁਸੀਂ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਨਾਲ ਲਾ ਲਓ ਜੀ। ਹਾਂਜੀ। ਗੂਜਰੀ ਮਹੱਲਾ ਪੰਜਵਾ, ਗੂਜਰੀ ਮਹੱਲਾ ਪੰਜਵਾ। ਰਸਨਾ ਰਾਮ ਰਾਮ ਰਵੰਤ, ਰਸਨਾ ਰਾਮ ਰਾਮ ਰਵੰਤ। ਛੋੜ ਆਨ ਵਿਵਹਾਰ ਮਿਥਿਆ, ਭਜ ਸਦਾ ਭਗਵੰਤ। ਛੋੜ ਆਨ ਬਿਹਾਰ ਮਿਥਿਆ, ਰਹਾਓ। ਗੂਜਰੀ ਮਹੱਲਾ ਪੰਜਵਾ। ਰਸਨਾ ਰਾਮ ਰਾਮ ਰਵੰਤ, ਛੋੜ ਆਨ ਬਿਹਾਰ ਮਿਥਿਆ।
ਭਜ ਸਦਾ ਭਗਵੰਤ। ਰਹਾਉ ਰਹਾਉ ਦੀ ਇਸ ਪੰਕਤੀ ਵਿੱਚ ਮਹਾਰਾਜ ਫਿਰ ਸਾਨੂੰ ਉਪਦੇਸ਼ ਦਿੰਦੇ ਨੇ ਅਖੀਰ ਵਿੱਚ। ਗੂਜਰੀ ਮਹੱਲਾ ਪੰਜਵਾਂ। ਰਸਨਾ ਰਾਮ ਰਾਮ ਰਵੰਤ। ਇਹ ਰਸਨਾ ਉਸ ਪਰਮਾਤਮਾ ਦੇ ਨਾਮ ਨੂੰ ਬਾਰ-ਬਾਰ ਜਪਦੀ। ਰਵੰਤ ਹੁੰਦਾ ਹੈ ਸਿਮਰਨਾ, ਧਿਆਉਣਾ। ਛੋੜ ਆਨ ਵਿਵਹਾਰ ਮਿਥਿਆ, ਭਜ ਸਦਾ ਭਗਵੰਤ। ਕਹਿੰਦੇ ਜਿਹੜਾ ਮਿਥਿਆ ਮੀਨ ਝੂਠਾ, ਇਹ ਜਿਹੜਾ ਵਿਵਹਾਰ ਹੈ ਨਾ ਦੁਨੀਆ ਦਾ, ਇਹ ਛੱਡ ਦੇ ਤੇ ਸਦਾ ਹਮੇਸ਼ਾ ਉਸ ਪਰਮਾਤਮਾ ਨੂੰ, ਉਸ ਭਗਵੰਤ ਨੂੰ ਸਿਮਰਨਾ ਕਰ। ਹਾਂਜੀ। ਨਾਮ ਏਕ ਆਧਾਰ, ਭਗਤਾਂ ਈ ਤਿਆਗੈ ਟੇਕ। ਨਾਮ ਏਕ ਆਧਾਰ, ਭਗਤਾਂ ਈ ਤਿਆਗੈ ਟੇਕ। ਕਰ ਕਿਰਪਾ ਗੋਬਿੰਦ ਦਿਆ, ਕਿਰਪਾ ਗੋਬਿੰਦ ਦਿਆ। ਗੁਰ ਗਿਆਨ ਬੁੱਧ ਵਿਵੇਕ, ਗੁਰ ਗਿਆਨ ਬੁੱਧ ਵਿਵੇਕ। ਨਾਮ ਏਕ ਆਧਾਰ, ਭਗਤਾਂ ਈ ਤਿਆਗੈ ਟੇਕ। ਜਿਹੜੇ ਤੇਰੇ ਭਗਤ ਨੇ ਮਾਰੇ ਕਹਿੰਦੇ, ਉਹਨਾਂ ਨੂੰ ਸਿਰਫ ਤੇ ਸਿਰਫ ਤੇਰੇ ਨਾਮ ਦਾ ਆਸਰਾ ਹੈ, ਇੱਥੇ ਵੀ ਅੱਗੇ ਵੀ। ਜਦੋਂ ਇਹ ਸੰਸਾਰ ਨੂੰ ਛੱਡਣਗੇ ਉਦੋਂ ਵੀ। ਕਰ ਕਿਰਪਾ ਗੋਬਿੰਦ ਦੀਆ, ਗੁਰ ਗਿਆਨ ਬੁੱਧ ਵਿਵੇਕ। ਗੁਰੂ ਨੇ ਕਿਰਪਾ ਕਰਕੇ ਉਸ ਗੋਬਿੰਦ ਨੇ ਬਖਸ਼ਿਸ਼ ਕੀਤੀ, ਇਹ ਗਿਆਨ ਬਖਸ਼ਿਆ, ਵਿਵੇਕ ਬੁੱਧੀ ਬਖਸ਼ੀ। ਵਿਵੇਕ ਬੁੱਧੀ ਹੈ ਉਹ ਬੁੱਧੀ ਹੈ ਜਿਹਦੇ ਵਿੱਚ ਸੱਚ ਤੇ ਝੂਠ ਦੀ ਪਹਿਚਾਣ ਹੈ। ਜਦੋਂ ਬੰਦੇ ਨੂੰ ਪੂਰਨ ਸੱਚ ਦਾ ਗਿਆਨ ਹੁੰਦਾ ਹੈ, ਉਹ ਫਿਰ ਡੋਲਦਾ ਨਹੀਂ, ਉਹ ਹਰ ਚੀਜ਼ ਨੂੰ ਅਡੋਪਟ ਕਰਦਾ ਹੈ, ਦੁੱਖ ਨੂੰ ਵੀ ਸੁੱਖ ਨੂੰ ਵੀ। ਉਹਨੂੰ ਪਤਾ ਹੈ ਕਿ ਇਹਨਾਂ ਨੇ ਆਉਣਾ ਹੀ ਹੈ, ਜੇ ਅੱਜ ਸੁੱਖ ਆਇਆ ਤਾਂ ਦੁੱਖ ਵੀ, ਜੇ ਹੁਣ ਰਾਤ ਹੈ ਤਾਂ ਸਵੇਰੇ ਦਿਨ ਵੀ ਚੜ੍ਹੇਗਾ। ਇਸ ਗੱਲ ਨੂੰ ਉਹ ਜਾਣਦੇ ਨੇ, ਇਸ ਕਰਕੇ ਵਿਵੇਕ ਬੁੱਧੀ ਨਾਲ ਇਸ ਸੰਸਾਰ ਵਿੱਚ ਜਿਉਂਦੇ ਨੇ। ਹਾਂਜੀ। ਕਾਰਨ ਕਾਰਨ ਸਮਰੱਥ ਸ੍ਰੀ ਧਰ, ਕਾਰਨ ਕਾਰਨ ਸਮਰੱਥ ਸ੍ਰੀ ਧਰ। ਸ਼ਰਨ ਤਾਂ ਕੀ ਗਹੀ, ਸ਼ਰਨ ਤਾਂ ਕੀ ਗਹੀ। ਮੁਕਤ ਜੁਗਤ ਰਵਾਲ ਸਾਧੂ, ਮੁਕਤ ਜੁਗਤ ਰਵਾਲ ਸਾਧੂ। ਨਾਨਕ ਹਰ ਨਿਧ ਲਹੀ, ਕਰਨ ਕਾਰਨ ਸਮਰੱਥ ਸ੍ਰੀ ਧਰ। ਸ਼ਰਨ ਤਾਂ ਕੀ ਗਹੀ। ਮਹਾਰਾਜ ਕਹਿੰਦੇ ਉਹ ਸ੍ਰੀ ਧਰ, ਉਹ ਇਸ ਮਾਇਆ ਦਾ ਪਤੀ ਮਾਲਕ, ਪ੍ਰਭੂ ਸਾਰੀ ਸ੍ਰਿਸ਼ਟੀ ਦਾ ਮਾਲਕ, ਉਹ ਕਰਨ ਕਾਰਨ ਸਮਰੱਥ ਹੈ। ਉਹਦੇ ਵਿੱਚ ਇੰਨੀ ਸਮਰੱਥ ਹੈ, ਉਹ ਕਾਰਨ ਵੀ ਹੈ, ਕਰਤਾ ਵੀ ਹੈ, ਧੇ ਵੀ ਹੈ, ਧਿਆਤਾ ਵੀ ਹੈ। ਇਸ ਕਰਕੇ ਅਸੀਂ ਉਹਦੀ ਸ਼ਰਨ ਪਕੜ ਲਈ। ਸ਼ਰਨ ਤਾਂ ਕੀ ਗਹੀ। ਮੁਕਤ ਜੁਗਤ ਰਵਾਲ ਸਾਧੂ। ਸਾਧ ਸੰਗਤ ਦੀ ਚਰਨ ਧੂੜ ਪ੍ਰਾਪਤ ਇਹਨਾਂ ਨੂੰ ਹੋ ਗਈ। ਕਹਿੰਦੇ ਮੁਕਤ ਤੇ ਜੁਗਤ ਦੋ ਚੀਜ਼ਾਂ ਪ੍ਰਾਪਤ ਹੋ ਗਈਆਂ। ਮੁਕਤ ਹੋ ਗਏ ਇਹਨਾਂ ਵਿਕਾਰਾਂ ਤੋਂ, ਜੁਗਤੀ ਆ ਗਈ ਜੀਵਨ ਦੀ। ਨਾਨਕ ਹਰਿ ਨਿਧ ਲਹੀ। ਤੇ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਹਰੀ ਦੇ ਨਾਮ ਦਾ ਖਜ਼ਾਨਾ ਸਾਨੂੰ ਉਹਨਾਂ ਤੋਂ ਪ੍ਰਾਪਤ ਹੋਇਆ। ਇਸ ਕਰਕੇ ਸੰਗਤ ਵਿੱਚ ਆ ਕੇ ਹੀ, ਬਾਣੀ ਨਾਲ ਜੁੜ ਕੇ ਹੀ, ਬਾਣੀ ਨੂੰ ਪੜ੍ਹ ਕੇ ਹੀ, ਬਾਣੀ ਨੂੰ ਵਿਚਾਰ ਕੇ ਹੀ ਉਸ ਨਾਮ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਹੜਾ ਕਿ ਅਮੋਲ ਖਜ਼ਾਨਾ ਹੈ। ਇਸ ਅਮੋਲ ਖਜ਼ਾਨੇ ਨੂੰ ਅਸੀਂ ਸੰਗਤ ਵਿੱਚ ਆ ਕੇ ਗੁਰੂ ਦੀ ਕਿਰਪਾ ਨਾਲ ਬਖਸ਼ਿਸ਼ ਕਰਦਾ ਹੈ। ਗੁਰੂ ਆਪ ਇਹ ਮੁਕਤ ਜੁਗਤ ਭੁਗਤ ਇਹਦਾ ਦਾਤਾ ਵਾਹਿਗੁਰੂ ਅਕਾਲ ਪੁਰਖ ਆਪ ਹੈ। ਉਹ ਆਪ ਹੀ ਕਿਰਪਾ ਕਰਕੇ ਸਾਨੂੰ ਮੁਕਤ ਕਰਦਾ ਹੈ ਇਹਨਾਂ ਵਿਕਾਰਾਂ ਤੋਂ, ਆਪ ਹੀ ਜੁਗਤੀ ਦੱਸਦਾ ਹੈ ਅਤੇ ਆਪ ਹੀ ਸਾਨੂੰ ਆਪਣੇ ਨਾਲ ਜੋੜਦਾ ਹੈ। ਸੋ ਆਓ, ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। मेरे राम हम बारक हर प्रभ के हैं ए आणे। हम बारक हर प्रभ के हैं ए आणे।